Good morning, all of you. My name is Upkar, and I am an IELTS tutor in Spark Education Amlo. Today, I will like to discuss how to write a writing task 2 in IELTS. Okay, so first of all, if we talk about the IELTS writing task, it contains two things. First one is statement, and second one is trend. What is statement? Statement is a viewpoint of others. जो दूसरे लोग कहते हैं तुसी ਉਹਦੇ ਉੱਤੇ ਆਪਣਾ ਰਾਈਟਿੰਗ ਟਾਸਕ ਲਿਖਣਾ ਹੁੰਦਾ ਹੈ और ट्रेंड की होंगे ਜਿਹੜੀ चीज़ शो करे इंक्रीजिंग एंड डिक्रीजिंग। इस कॉन्सैप्ट ਨੂੰ ਸਮਝਣ ਦੇ ਲਈ मैं एक एग्जाम्पल टू ਕੀਤੀ ਆ। फॉर एग्जाम्पल ਤੁਹਾਨੂੰ राइटिंग टास्क 2 ਦੇ ਵਿੱਚ ਇੱਕ स्टेटमेंट आ गई कि टूडेज टाइम चिल्ड्रन आर टेक केयर बाय द ग्रैंड पेरेंट्स कि ਜਿਹੜੇ ਅੱਜਕੱਲ ਦਾ ਟਾਈਮ ਆ ਬੱਚੇ ਨੇ ਜਿਹੜੇ ਉਹਨਾਂ ਦੇ ਗ੍ਰੈਂਡ ਪੇਰੈਂਟਸ ਉਹਨਾਂ ਨੂੰ ਟੇਕ ਕੇਅਰ ਕਰਦੇ ਨੇ। ਕਿਉਂ ਕਰਦੇ ਨੇ? ਬਿਕੋਜ਼ ਪੇਰੈਂਟਸ ਆਰ ਡੁਅਲ ਕਰੀਅਰ ਓਰੀਐਂਟਡ, ਕਿਉਂਕਿ ਪੇਰੈਂਟਸ ਨੇ ਜਿਹੜੇ ਉਹ ਦੋਨੋਂ ਕੰਮ ਕਰਦੇ ਨੇ। ਤਾਂ ਇਸ ਟ੍ਰੈਂਡ ਦੀਆਂ ਐਡਵਾਂਟੇजेस ਕੀ ਨੇ? सो थोड़ी कोई भी स्टेटमेंट होएगी उहदे विच दो चीज़ां होणगीਆਂ। फर्स्ट वन होएगी थीसिस स्टेटमेंट और सैकेंड वन इज क्वेश्चन। थीसिस स्टेटमेंट की होंदी जिहड़े दूसरे लोग अपनी व्यूज दिंदे ने और तुसीं लिखना किहदे उत्ते आ? क्वेश्चनस दे उत्ते। क्लीयर है जी? फर्स्ट पार्ट की हुंदा है इंट्रोडक्शन। इंट्रोडक्शन ਦੇ ਵਿੱਚ ਕੀ ਹੁੰਦਾ? ਤੁਹਾਨੂੰ ਜਿਹੜੀ ਸਟੇਟਮੈਂਟ ਦਿੱਤੀ ਹੋਈ ਆ ਤੁਸੀਂ ਉਹਨੂੰ ਪੈਰਾਫਰੇਜ਼ ਕਰਕੇ ਕਹਿ ਦੋ ਐਕਟਿਵ ਟੂ ਪੈਸਿਵ ਬਣਾ ਕੇ ਜਾਂ ਆਪਣੇ ਵਰਡ ਦੇ ਵਿੱਚ ਜਾਂ ਕੋਈ ਅੱਗੇ ਮੂਰੇ ਥੀਸਿਸ ਸਟੇਟਮੈਂਟ ਆਪਣੀ ਲਾ ਕੇ ਇੰਟਰੋਡਕਸ਼ਨ ਨੂੰ ਲਿਖਣੀ ਹੁੰਦੀ ਆ। ਅਗਰ ਮੈਂ ਇਹਨੂੰ ਪੈਰਾਫਰੇਜ਼ ਕਰਨਾ ਹੋਵੇ ਮੈਂ ਕਹੂੰਗੀ ਡਿਊ ਟੂ ਪੇਰੈਂਟਸ ਆਰ ਡੂਇੰਗ ਕਰੀਅਰ ਓਰੀਐਂਟਡ ਚਿਲਡਰਨ ਆਰ ਰੇਜ਼ਡ ਬਾय देयर ग्रैंड पेरेंट्स। ठीक है जी। उस तो बाद इंट्रोडक्शन च की आंदी थोड़ी स्टेटमेंट कि तुसी की सोचदे हो। ਹੁਣ ਉਹਨਾਂ ਨੇ ਪੁੱਛਿਆ ਕਿ ਇਹਦੇ ਐਡਵਾਂਟੇजेस ਹੈਗੇ ਨੇ ਤਾਂ ਤੁਸੀਂ ਇਹੀ ਕਹੋਗੇ ਜੀ ਹਾਂਜੀ ਦਿਸ ਟ੍ਰੈਂਡ ਹੈਵ ਮੈਨੀ ਐਡਵਾਂਟੇजेस ਜਿਹੜੇ ਕਿ ਮੈਂ ਨੀਚੇ ਡਿਸਕਸ ਕਰਨ ਜਾ ਰਹੀ ਹਾਂ। ਤਾਂ ਫੋਲੋਇੰਗ ਪੈਰਾਗ੍ਰਾਫ ਵਿਲ ਸ਼ੈਡ ਲਾਈਟ ਔਨ ਮਾਈ ਵਿਊ ਪੁਆਇੰਟਸ। ਇਹ ਹੁੰਦਾ ਇੰਟਰੋਡਕਸ਼ਨ ਜਿਹਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਜੀ? ਇੱਕ ਤਾਂ ਤੁਹਾਡਾ ਪੈਰਾਫਰੇਸਿੰਗ ਆ ਗਈ, ਦੂਜੀ ਥੋੜੀ ਥੀਸਿਸ ਸਟੇਟਮੈਂਟ ਆ ਗਈ। ਥੀਸਿਸ ਸਟੇਟਮੈਂਟ ਜੋ ਤੁਸੀਂ ਅੱਗੇ ਕਰਨ ਜਾ ਰਹੇ ਹੋ ਉਹਨੂੰ ਰਿਪਰੈਜ਼ੈਂਟ ਕਰੇਗੀ। ਸੈਕੰਡ ਵਨ ਇਜ਼ BP1। ਹੁਣ ਦੇਖੋ ਜਦੋਂ ਵੀ ਤੁਸੀਂ ਰਾਈਟਿੰਗ ਟਾਸਕ 2 ਕਰਨਾ ਤੁਸੀਂ ਪ੍ਰੈਪਰੇਸ਼ਨ ਪਹਿਲਾਂ ਹੀ ਕਰ ਲੈਣੀ ਆ। ਹੁਣ ਜਿਵੇਂ ਇੱਥੇ ਇਹਨਾਂ ਨੇ ਐਡਵਾਂਟੇजेस ਪੁੱਛਿਆ ਸੀ ਤਾਂ ਆਪਾਂ ਨਾ ਕਰਦੇ 4 ਐਡਵਾਂਟੇजेस ਪਹਿਲਾਂ ਹੀ ਲਿਖ ਲੈਣੀਆਂ ਨੇ। ਠੀਕ ਹੈ ਜੀ। ਜੇ BP1 ਦੇ ਵਿੱਚ ਆਪਾਂ 2 ਐਡਵਾਂਟੇजेस ਜਾਂ ਫਿਰ ਆਪਾਂ ਐਡਵਾਂਟੇजेस ਨੂੰ ਰੀਜ਼ਨ ਵੀ ਕਹਿ ਸਕਦੇ 2 ਰੀਜ਼ਨ ਲਿਖਾਂਗੇ ਵਿਦ ਐਗਜ਼ਾਮਪਲ ਐਂਡ BP2 ਦੇ ਵਿੱਚ ਵੀ 2 ਰੀਜ਼ਨ ਵਿਦ ਐਗਜ਼ਾਮਪਲ। ਹੁਣ BPS ਦੇ ਵਿੱਚ ਹੁੰਦਾ ਕੀ ਆ? ਰੀਜ਼ਨਸ ਹੁੰਦੇ ਨੇ ਤੇ ਸਪੋਰਟਿਵ ਰੀਜ਼ਨ ਹੁੰਦੇ ਨੇ। ਰੀਜ਼ਨ ਸ਼ੁੱਡ ਬੀ ਇਨ 1 ਲਾਈਨ। ਉਹਨੂੰ ਐਕਸਪਲੇਨ ਕਰਨ ਦੇ ਲਈ ਆਪਾਂ ਐਗਜ਼ਾਮਪਲਸ ਐਡ ਕਰਦੇ ਹਾਂ ਜੀ, ਸਰਵੇ ਐਡ ਕਰਦੇ ਹਾਂ, ਰਿਪੋਰਟਸ ਐਡ ਕਰਦੇ ਹਾਂ ਜਿਹੜੇ ਕਿਹਦੇ ਵਿੱਚ ਆਉਂਦੇ ਨੇ? ਸਪੋਰਟਿਵ ਰੀਜ਼ਨ ਦੇ ਵਿੱਚ। ਕੀ ਆਉਂਦੇ? ਐਗਜ਼ਾਮਪਲ, ਸਰਵੇ ਐਂਡ ਰਿਪੋਰਟਸ। ਕਲੀਅਰ? ਚਲੋ ਮੈਂ ਤੁਹਾਨੂੰ ਕਲੀਅਰ ਕਰਦੀ ਹਾਂ, ਤੁਹਾਨੂੰ ਸਮਝ ਆ ਜਾਏਗਾ। ਹੁਣ ਮੈਂ ਕਹਾਂ ਕਿ ਹਾਂਜੀ ਦੇ ਐਡਵਾਂਟੇजेस ਨੇ। ਮੇਰੀ ਪਹਿਲੀ ਐਡਵਾਂਟੇजेस ਕੀ ਆ? ਦੈਟ ਚਿਲਡਰਨ ਵਿਲ ਲਰਨ ਵੈਲਿਊਜ਼। क्लियर है? ਹੁਣ ਇਹ ਮੇਰਾ 1 ਲਾਈਨ ਦਾ ਰੀਜ਼ਨ ਸੀਗਾ ਕਿ ਚਿਲਡਰਨਸ ਨੇ ਜਿਹੜੇ ਵੈਲਿਊਜ਼ ਲਰਨ ਕਰਨਗੇ ਉਹਦੀ ਜਿੰਨੀ ਵੀ ਐਕਸਪਲੇਨੇਸ਼ਨ ਜਾਊਗੀ ਉਹ ਜਾਊਗੀ ਸਪੋਰਟਿਵ ਰੀਜ਼ਨ ਚ ਕਿ ਕਿਵੇਂ, ਹਾਊ। ਹੁਣ ਮੈਂ ਤੁਹਾਨੂੰ ਪੁੱਛਾਂ ਤੁਹਾਨੂੰ ਰੈੱਡ ਕਲਰ ਪਸੰਦ ਆ, ਤੁਸੀਂ ਕਹਿ ਦੋ ਹਾਂਜੀ ਪਸੰਦ ਆ। ਠੀਕ ਹੈ, ਮੈਨੂੰ ਵੀ ਪਤਾ ਲੱਗ ਗਿਆ, ਤੁਹਾਨੂੰ ਵੀ ਪਤਾ ਲੱਗ ਗਿਆ। ਬਟ ਆਪਾਂ ਆਪਣੀ ਕਮਾਂਡ ਓਵਰ ਇੰਗਲਿਸ਼ ਕਿਵੇਂ ਦਿਖਾਵਾਂਗੇ? ਐਕਸਪਲੇਨੇਸ਼ਨ ਦੇ ਕੇ। ਉਹੀ ਚੀਜ਼ ਆਪਾਂ ਇੱਥੇ ਕਰਨੀ ਆ। ਆਪਾਂ ਦੱਸਾਂਗੇ ਕਿ ਕਿਵੇਂ, ਹਾਊ, ਕਿਵੇਂ ਸਿੱਖਦੇ ਨੇ। ਬਿਕੋਜ਼ ਇਫ ਦੇ ਲਿਵ ਇਨ ਅ ਜੁਆਇੰਟ ਫੈਮਿਲੀ ਉਹ ਆਪਣੇ ਐਲਡਰਸ ਦੀ ਰਿਸਪੈਕਟ ਕਰਨਾ ਸਿੱਖਣਗੇ, ਉਹਨਾਂ ਦੇ ਡਿਸੀਜਨ ਦੀ ਰਿਸਪੈਕਟ ਕਰਨਾ ਸਿੱਖਣਗੇ ਜਿਹੜੇ ਕਿ ਇਨਡਾਇਰੈਕਟਲੀ ਉਹਨਾਂ ਦੀ ਕੀ ਕਰਦੀ ਆ? ਵੈਲਿਊਜ਼ ਨੂੰ ਇਨਕਰੀਜ਼ ਕਰਦੀ ਆ। ਠੀਕ ਹੈ ਜੀ। ਹੋਰ ਅਗਰ ਐਡਵਾਂਟੇजेस ਦੇਖੀਏ, ਪੇਰੈਂਟਸ ਵਿਲ ਬੀ ਫ੍ਰੀ ਫਰੋਮ ਵਰੀ। Please click on subscribe button and press bell icon for latest video. कि नाम तो ही पता लग रहा है, क्लियर हो रहा है कि अगर चिल्ड्रन बच्चे ਜਿਹੜੇ ਉਹ ग्रैंड पेरेंट्स को ਰਹਿਣਗੇ ਤਾਂ ਬੜੀ ਫ੍ਰੀ ਹੋਣਗੇ ਉਹਨਾਂ ਦੇ ਪੇਰੈਂਟਸ। ਹੁਣ ਆਪਾਂ ਐਕਸਪਲੇਨ ਨਹੀਂ ਤਾਂ ਕਰਨਾ ਹਾਊ। ਫॉर एग्जांपल इफ चिल्ड्रन आर रेज्ड बाय किंडरगार्टन्स ਤਾਂ ਪੇਰੈਂਟਸ ਨੂੰ ਹਮੇਸ਼ਾ ਇਦਾਂ ਹੀ ਲੱਗਿਆ ਰਹੂਗਾ ਕਿ ਪਤਾ ਨਹੀਂ ਉਹਨਾਂ ਨੇ ਫੂਡ ਟਾਈਮ ਤੇ ਖਾਇਆ ਹੋਊਗਾ ਕਿ ਨਹੀਂ, ਪਤਾ ਨਹੀਂ ਉਹਦੀ ਟੇਕ ਕੇਅਰ ਹੋ ਰਹੀ ਹੋਊਗੀ ਕਿ ਨਹੀਂ। ਪਰ ਅਗਰ ਗ੍ਰੈਂਡ ਪੇਰੈਂਟਸ ਉਹਨਾਂ ਨੂੰ ਟੇਕ ਕੇਅਰ ਕਰਨਗੇ ਤਾਂ ਇੱਕ ਤਰ੍ਹਾਂ ਨਾਲ ਫ੍ਰੀ ਹੋਣਗੇ that their children are in safe hand। ਐਦਾਂ ਹੀ ਆਪਾਂ 2 ਰੀਜ਼ਨਸ ਹੋਰ ਬਣਾਉਣੇ ਹੁੰਦੇ ਨੇ। ਟੋਟਲ ਆਪਾਂ 4 ਰੀਜ਼ਨ ਚੱਕ ਕੇ ਰੱਖਦੇ ਹਾਂ, ਮੰਨ ਕੇ ਰੱਖਦੇ ਹਾਂ, ਜਿਹਦੇ ਵਿੱਚੋਂ ਪਹਿਲੇ 2 ਆਪਾਂ ਇੱਕ BP ਚ ਐਕਸਪਲੇਨ ਕਰ ਦਿੰਦੇ ਹਾਂ ਤੇ ਅਗਲੇ 2 ਇੱਕ ਚ ਕਰ ਦਿੰਦੇ ਹਾਂ। ਲਾਸਟ ਵਨ ਕਹਿੰਦਾ ਕੰਕਲੂਜਨ। ਹੁੰਦਾ ਸਿੱਟ ਅਪ। ਕੰਕਲੂਜਨ ਸ਼ੁੱਡ ਬੀ ਸਮਾਲ ਐਂਡ ਕਲੀਅਰ।
ਬੱਚੇ ਕੀ ਕਰਦੇ ਨੇ ਵੱਡਾ ਸਾਰਾ ਕੰਕਲੂਜਨ ਲਿਖ ਦਿੰਦੇ ਨੇ, ਬਟ ਮੈਂ ਉਹਨਾਂ ਨੂੰ ਕਹਿੰਦੀ ਹੁਣ ਤੁਸੀਂ ਕੋਈ ਸਟੋਰੀ ਰੀਡ ਕਰੋ, ਉਹਦਾ ਮੋਰਲ ਦੇ ਵਿੱਚ ਵੀ ਰਾਈਟਰ ਸਟੋਰੀ ਦੱਸਣ ਲੱਗ ਜਾਵੇ ਕਿ ਤੁਸੀਂ ਉਹਦੇ ਤੋਂ ਇੰਪ੍ਰੈਸਿਵ ਹੋਵੋਗੇ ਨਹੀਂ। ਕੰਕਲੂਜਨ ਕੀ ਹੋਊਗਾ, ਜੋ ਤੁਸੀਂ ਉੱਪਰ ਪੜ੍ਹਿਆ ਜਾਂ ਜੋ ਤੁਸੀਂ ਉੱਪਰ ਲਿਖਿਆ ਉਹਦਾ ਬਸ ਸਿੱਟਾ ਕੱਟ ਕੇ ਲਿਖਣਾ। ਹੁਣ ਜਿਵੇਂ ਮੈਂ ਇਹ ਟਾਸਕ ਦੇ ਉੱਤੇ ਐਡਵਾਂਟੇजेस ਡਿਸਕਸ ਕੀਤੀਆਂ ਨੇ, ਤਾਂ ਮੈਂ ਕੰਕਲੂਜਨ 'ਚ ਕਹਿ ਦੂੰਗੀ ਕਿ ਇਨ ਮਾਈ ਓਪੀਨੀਅਨ ਦਿਸ ਟ੍ਰੈਂਡਸ ਹੈਵ myriad of advantages such as children will learn values and etiquettes। ਕਲੀਅਰ ਹੈ ਜੀ? ਕਿਤੇ ਨਹੀਂ ਲਿਖਿਆ ਕਿ ਤੁਸੀਂ ਸਿਰਫ 2 ਬੀਬੀ ਬਣਾ ਸਕਦੇ ਹੋ, ਤੁਸੀਂ ਬੀਬੀ 3 ਵੀ ਬਣਾ ਸਕਦੇ ਹੋ, 4 ਵੀ ਬਣਾ ਸਕਦੇ ਹੋ, ਪਰ ਫਿਰ ਉਹੀ ਇਸ਼ੂ ਆ ਜਾਂਦਾ ਕਿ ਆਪਾਂ 250 ਵਰਡ ਲਿਖਣੇ ਨੇ। ਅਗਰ ਆਪਾਂ ਜ਼ਿਆਦਾ ਬੀਬੀਜ਼ ਬਣਾਵਾਂਗੇ ਤਾਂ ਉਹਦੇ ਨਾਲ ਕੀ ਹੋਗਾ, ਲੈਂਥ ਵਧੂਗੀ। ਕਲੀਅਰ ਹੈ ਜੀ? ਤੇ 2 ਬੀਬੀ ਬਹੁਤ ਹੁੰਦੇ ਨੇ ਅਗਰ ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਦਿਓ। ਸੋ ਦਿਸ ਇਜ਼ ਆਲ ਅਬਾਊਟ ਰਾਈਟਿੰਗ ਟਾਸਕ 2 ਕਿ ਤੁਸੀਂ ਰਾਈਟਿੰਗ ਟਾਸਕ 2 ਦਾ ਸਟਰਕਚਰ ਜਾਂ ਫਿਰ ਪੈਟਰਨ ਕਿਵੇਂ ਦਾ ਰੱਖਣਾ ਹੈ।